साहिब जी जेता समुंद सागर नीर भरिया तेते अवगण हमारे दया करहो किश मेहर उपावहो डुब दे पत्थर तारे जेता जियो पिंड सब तेरा तू अंतर जामी पुरख भगवान दासन दास कह जन नानक जेहा तू कराए तेहा हौ करी वख्यान मत सुमत तेरा वस स्वामी हम जंत तो पुरख जंतनी जन नानक के प्रभ करते स्वामी ज्यो भावै तिवै बोलैनी जन नानक के प्रभ करते स्वामी ज्यो भावै तिवै बोलैनी जुगो जुग अटल। साहिब सतगुरु श्री गुरु ग्रंथ साहिब सच्चे पातशाह जी दी पावन पवित्र बारगाह दे अंदर जुड़ मिल बैठे गुरु प्यार वालियो गुरु बख्शी फतेह परवानो आखो जी वाहिगुरु जी का खालसा वाहिगुरु जी की फतेह। दास तो पहला आप जी नूं कीर्तन सरवण करवा रहे सन सत्कारयोग भाई साहिब भाई तेजवीर सिंह तिन्हां दा समुच्चा जथा सो रागां दे विच आप जी नूं कीर्तन सरवण करवा के गए हन। मन चित बिरतियां नूं एकागर करिए आप जी दे नाल विचारां सांझियां करन दा निमाणा यतन करन लगा हाँ। भाई साहिब भाई गुरदास जी ने कुछ को प्रमाण दे के सानू सारियां नू संगत विच बैठण दी प्रेरणा दिंदियां होया कि संगत दा बहुत वड्डा महात्म है। उन्होंने कुछ प्रमाण दे के सानू समझाया है। धन गुरु ग्रंथ साहिब सच्चे पातशाह जी दी पावन बाणी विचों भी आपां ये सरवण करते हाँ वड भागी हर संगत पावै है भागहीन भ्रम चोटा खावै है बिन भागा सत संग न लभै बिन संगत मैल भरीजै जियो। किते गुरदेव ने यह भी बचन आखे सत संगत साध पाई वड भागी मन चलता भयो आरूढ़ा। साहिब जी ने भगत कबीर साहिब जी की रसना द्वारा भी ये बचन कीते कबीर एक घड़ी आदि घड़ी आदि हूँ ते आद भगतन सेती गोष्ठे जो कीने सो लाभ। सो बाणी विचों सानू संगत करन दा बड़ा वड्डा उपदेश मिलदा है। भगत जी ने ते सानू
ਸੰਗਤ ਕਰਨ ਦਾ ਜਿੱਥੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉੱਥੇ ਨਾਲ ਦੀ ਨਾਲ ਸਮੇਂ ਦਾ ਨਾਪ ਤੋਲ ਵੀ ਦੱਸ ਦਿੱਤਾ। ਜੇ ਸਾਡੇ ਮਨ ਵਿੱਚ ਇਹ ਖਿਆਲ ਪੈਦਾ ਹੋਵੇ ਕਿ ਸੰਗਤ ਸਾਨੂੰ ਕਿੰਨਾ ਕੁ ਸਮਾਂ ਕਰਨੀ ਚਾਹੀਦੀ ਹੈ। ਭਗਤ ਜੀ ਕਹਿੰਦੇ ਨੇ, ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ। ਭਗਤ ਜੀ ਕਹਿੰਦੇ, ਜੇ ਤੈਨੂੰ ਸਮੇਂ ਵਿੱਚੋਂ ਸਮਾਂ ਮਿਲੇ ਨਾ, ਵੇਖ ਤੇਰੀ ਜ਼ਿੰਦਗੀ ਦੇ ਰੁਝੇਵੇਂ ਬਹੁਤ ਹੋ ਸਕਦੇ ਨੇ। ਤੂੰ ਕੰਮ ਧੰਦਿਆਂ ਦੇ ਵਿੱਚ, ਆਪਣੇ ਕਾਰੋਬਾਰਾਂ ਦੇ ਵਿੱਚ ਇੰਨਾ ਕੁ ਬਿਜੀ ਹੋ ਸਕਦਾ ਹੈ। ਜੇ ਉਹਨਾਂ ਸਮਿਆਂ ਵਿੱਚੋਂ ਥੋੜ੍ਹੇ ਚੋਂ ਥੋੜ੍ਹਾ ਸਮਾਂ ਵੀ ਮਿਲੇ ਤੇ ਸੰਗਤ ਕਰਿਆ ਕਰ। ਜੇ ਬਹੁਤੇ ਵਿੱਚੋਂ ਬਹੁਤਾ ਸਮਾਂ ਮਿਲੇ ਤਾਂ ਵੀ ਸੰਗਤ ਕਰਿਆ ਕਰ। ਬਚਨ ਕੀਤਾ ਭਗਤ ਜੀ ਨੇ, ਏਕ ਘੜੀ, ਤੇ ਇੱਕ ਘੜੀ ਵਿਦਵਾਨ ਕਹਿੰਦੇ ਨੇ 24 ਜਾਂ 25 ਮਿੰਟ ਦੀ ਹੁੰਦੀ ਹੈ। ਅੱਜ ਵੀ ਪੰਜਾਬ ਦੀ ਧਰਤੀ 'ਤੇ ਚਲੇ ਜਾਈਏ ਤੇ ਇਸ ਤਰ੍ਹਾਂ ਦੇ ਸ਼ਬਦ ਸਾਨੂੰ ਆਪਣੇ ਕੰਨਾਂ ਵਿੱਚ ਸੁਣਨ ਨੂੰ ਮਿਲਦੇ ਨੇ। ਕਿਤੇ ਬਜ਼ੁਰਗ ਬੈਠੇ ਹੋਣ, ਉਹਨਾਂ ਨੂੰ ਪੁੱਛ ਲਈਏ ਤੇ ਸੁਭਾਵਕ ਉਹਨਾਂ ਦੀ ਜ਼ੁਬਾਨ ਤੋਂ ਇਹ ਸ਼ਬਦ ਨਿਕਲਦੇ ਨੇ ਵੀ ਮੈਨੂੰ ਉਸ ਥਾਂ 'ਤੇ ਬੈਠਿਆਂ ਨੂੰ ਇੱਕ ਘੜੀ ਕੁ ਦਾ ਹੀ ਸਮਾਂ ਹੋਇਆ ਹੈ। ਭਾਵ 24 ਜਾਂ 25 ਮਿੰਟ ਲੰਘ ਜਾਣ ਤੇ ਆਖਿਆ ਜਾਂਦਾ ਹੈ ਵੀ ਇੱਕ ਘੜੀ ਦਾ ਸਮਾਂ ਹੋ ਗਿਆ। ਭਗਤ ਜੀ ਕਹਿੰਦੇ, ਜੇ ਤੈਨੂੰ 24 ਜਾਂ 25 ਮਿੰਟ ਹੀ ਆਪਣੀ ਜ਼ਿੰਦਗੀ ਵਿੱਚੋਂ ਮਿਲਣ, ਹਰ ਰੋਜ਼ ਤੂੰ ਗੁਰੂ ਕੀ ਸੰਗਤ ਵਿੱਚ ਲਾਜ਼ਮੀ ਬੈਠਿਆ ਕਰ। ਜੇ ਇੰਨਾ ਸਮਾਂ ਤੇਰੇ ਕੋਲ ਨਹੀਂ ਤੇ ਭਗਤ ਜੀ ਕਹਿੰਦੇ ਅੱਧੀ ਘੜੀ ਬੈਠ ਜਾਇਆ ਕਰ। ਤੇ ਅੱਧੀ ਘੜੀ ਦਾ ਸਮਾਂ ਬਣਦਾ ਹੈ 12 ਜਾਂ 12:30 ਮਿੰਟ। ਇੰਨਾ ਸਮਾਂ ਹੀ ਸੰਗਤ ਕਰ ਲਿਆ ਕਰ। ਜੇ ਇੰਨਾ ਸਮਾਂ ਵੀ ਤੇਰੇ ਪਾਸ ਨਹੀਂ ਤੇ ਭਗਤ ਜੀ ਕਹਿੰਦੇ ਆਧੀ ਹੂੰ ਤੇ ਆਦ, ਅੱਧਿਆਂ ਨਾਲੋਂ ਵੀ ਅੱਧੀ, ਭਾਵ 6 ਕੁ ਮਿੰਟ ਕਿਤੇ ਗੁਰੂ ਕੀ ਸੰਗਤ ਵਿੱਚ ਬੈਠ ਜਾਇਆ ਕਰ। ਪਰ ਸਾਡੇ ਮਨਾਂ ਵਿੱਚ ਅਕਸਰ ਸ਼ੰਕੇ ਪੈਦਾ ਹੋ ਜਾਂਦੇ ਨੇ। ਸਾਡੇ ਮਨ ਤਰਕਵਾਦੀ ਹੋਣ ਕਰਕੇ ਝੱਟ ਬਖੇੜਾ ਖੜਾ ਕਰਕੇ ਬੈਠ ਜਾਂਦੇ ਨੇ ਕਿ 5 ਜਾਂ 6 ਮਿੰਟ ਦੀ ਕੀਤੀ ਹੋਈ ਸੰਗਤ ਦਾ ਕੀ ਲਾਭ ਹੋਵੇਗਾ। ਮੈਨੂੰ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਕਵਿਤ ਸਵਈਆ ਚੇਤੇ ਆ ਜਾਂਦਾ ਹੈ। ਭਗਤ ਜੀ ਨੇ ਪ੍ਰਮਾਣ ਦੇ ਕੇ ਸਮਝਾਇਆ ਹੈ, ਦਲੀਲਾਂ ਦੇ ਕੇ ਸਮਝਾਇਆ ਹੈ ਕਿ ਵੇਖ, ਜੇ ਤੂੰ 5 ਜਾਂ 6 ਮਿੰਟ ਵੀ ਗੁਰੂ ਕੀ ਸੰਗਤ ਵਿੱਚ ਬੈਠ ਜਾਏ ਤੇ ਇਹ ਤੇਰੇ ਸਿੱਖਾ ਵਿਅਰਥ ਨਹੀਂ ਜਾਣਗੇ। ਉਹਨਾਂ ਨੇ ਪਹਿਲਾ ਪ੍ਰਮਾਣ ਇਹ ਲਿਆ ਹੈ, ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਦੂਜਾ ਪ੍ਰਮਾਣ ਭਾਈ ਗੁਰਦਾਸ ਲਿਖਦੇ ਨੇ, ਜੈਸੇ ਬਾਰ ਬਾਧੇ ਹੁੰਡੀ ਲਾਗਤ ਨਾ ਭਾਰ ਕਛੂ, ਆਗੇ ਜਾਏ ਪਾਈਅਤ ਲక్ష్ਮੀ ਅਪਾਰ ਜੀ। ਤੀਜਾ ਪ੍ਰਮਾਣ ਭਾਈ ਗੁਰਦਾਸ ਜੀ ਨੇ ਲਿਆ ਹੈ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸਹਿ ਵਿਵਿਧ ਕਰੈ ਬਿਰਖਾ ਵਿਸਥਾਰ ਜੀ। ਇਹ 3 ਪ੍ਰਮਾਣ ਦੇ ਕੇ ਚੌਥੀ ਤੁਕ ਦੇ ਵਿੱਚ ਭਾਈ ਗੁਰਦਾਸ ਜੀ ਨੇ ਨਿਰਣਾ ਇਹ ਕੀਤਾ ਹੈ, ਸਿੱਖਾ, ਜੇ ਤੂੰ ਵੀ 5 ਜਾਂ 6 ਮਿੰਟ ਗੁਰੂ ਕੀ ਸੰਗਤ ਵਿੱਚ ਬੈਠ ਜਾਏ ਤੇ ਗੁਰੂ ਦੇ ਬਚਨਾਂ ਨੂੰ ਆਪਣੇ ਕੰਨਾਂ ਵਿੱਚ ਸਰਵਣ ਕਰੇ ਤੇ ਸਿੱਖਾ ਇਹ ਤੇਰੇ ਵਿਅਰਥ ਨਹੀਂ ਜਾਣਗੇ। ਆਪਾਂ ਪਹਿਲੇ ਪ੍ਰਮਾਣ ਤੇ ਆਈਏ। ਭਾਈ ਗੁਰਦਾਸ ਕਹਿੰਦੇ, ਵੇਖਣ ਨੂੰ ਹੀਰਾ ਵੀ ਬੜਾ ਛੋਟਾ ਜਿਹਾ ਹੁੰਦਾ ਹੈ। ਛੋਟਾ ਜਿਹਾ ਹੀਰਾ ਆਪਣੇ ਹੱਥ ਦੀ ਤਲੀ ਤੇ ਟਿਕਾ ਕੇ ਵੇਖੀਏ ਤੇ ਉਹਦਾ ਕੋਈ ਆਕਾਰ ਵੀ ਬਹੁਤਾ ਵੱਡਾ ਨਹੀਂ, ਉਸ ਦਾ ਵਜੂਦ ਵੀ ਕੋਈ ਬਹੁਤਾ ਵੱਡਾ ਨਹੀਂ ਹੁੰਦਾ। ਪਰ ਉਸ ਛੋਟੇ ਜਿਹੇ ਹੀਰੇ ਨੂੰ ਜਦੋਂ ਕਿਸੇ ਪਾਰਖੂ ਦੇ ਕੋਲ, ਕਿਸੇ ਜੌਹਰੀ ਦੇ ਕੋਲ ਲੈ ਕੇ ਜਾਈਏ ਤੇ ਜਦੋਂ ਉਹ ਉਹਦੀ ਕੀਮਤ ਪਾਉਂਦਾ ਹੈ ਪਰਖ ਕਰਕੇ, ਫਿਰ ਸਾਨੂੰ ਪਤਾ ਲੱਗਦਾ ਹੈ ਵੀ ਇਹ ਵੇਖਣ ਨੂੰ ਛੋਟਾ ਭਾਵੇਂ ਜ਼ਰੂਰ ਹੈ, ਪਰ ਇਹਦੀ ਕੀਮਤ ਬਹੁਤ ਵੱਡੀ ਹੈ। ਭਾਈ ਗੁਰਦਾਸ ਕਹਿੰਦੇ, ਤੈਨੂੰ 5 ਜਾਂ 6 ਮਿੰਟ ਦਾ ਸਮਾਂ ਵੇਖਣ ਨੂੰ ਬਹੁਤ ਛੋਟਾ ਜਿਹਾ ਲੱਗੇਗਾ, ਵੇਖਣ ਨੂੰ ਬਹੁਤ ਥੋੜਾ ਜਿਹਾ ਲੱਗੇਗਾ, ਪਰ ਸਿੱਖਾ ਇਹਨੂੰ ਵਿਅਰਥ ਕਰਕੇ ਨਾ ਜਾਣੀ। ਬਿਲਕੁਲ ਇਹ ਉਸ ਹੀਰੇ ਦੀ ਤਰ੍ਹਾਂ ਹੈ। ਜਦੋਂ ਹੀਰਾ ਜੌਹਰੀ ਕੋਲ ਚਲਿਆ ਜਾਂਦਾ ਹੈ ਤੇ ਉਹਦੀ ਲੱਖਾਂ ਦੇ ਵਿੱਚ ਕੀਮਤ ਪੈ ਜਾਂਦੀ ਹੈ। ਦੂਜਾ ਪ੍ਰਮਾਣ ਭਾਈ ਗੁਰਦਾਸ ਜੀ ਨੇ ਦਿੱਤਾ, ਜੈਸੇ ਬਾਰ ਬਾਧੇ ਹੁੰਡੀ ਲਾਗਤ ਨਾ ਭਾਰ ਕਛੂ, ਆਗੇ ਜਾਏ ਪਾਈਅਤ ਲక్ష్ਮੀ ਅਪਾਰ ਜੀ। ਜਿਵੇਂ ਕਿਸੇ ਸ਼ਾਹੂਕਾਰ ਦੇ ਕੋਲੋਂ ਆਪਾਂ ਵਿਆਜ ਤੇ ਪੈਸੇ ਫੜ ਲੈਨੇ ਆ ਤੇ ਸ਼ਾਹੂਕਾਰ ਕੀ ਕਰਦਾ ਹੈ, ਜਿਸ ਦਿਨ
ਉਹਦੇ ਕੋਲੋਂ ਰਕਮ ਵਸੂਲ ਕਰਦੇ ਹਾਂ, ਕਿੰਨੀ ਉਸਨੇ ਵਿਆਜ ਲਾਉਣੀ ਹੈ ਸੈਂਕੜੇ ਪਿੱਛੇ, ਤੇ ਫਿਰ ਬਕਾਇਦਾ ਜਿੰਨੀ ਰਕਮ ਉਹਦੇ ਕੋਲੋਂ ਵਸੂਲ ਕੀਤੀ ਹੁੰਦੀ ਹੈ ਉਹ ਇੱਕ ਕਾਗਜ਼ ਦੇ ਉੱਪਰ, ਇੱਕ ਵਹੀ ਖਾਤੇ ਦੇ ਉੱਪਰ ਸਾਰਾ ਕੁਝ ਲਿਖਦਾ ਹੈ। 4 ਕੁ ਹਰਫ ਲਿਖਦਾ ਹੈ। ਜਿਸ ਨੇ ਰਕਮ ਵਸੂਲ ਕੀਤੀ ਹੁੰਦੀ ਹੈ ਬਕਾਇਦਾ ਉਸ ਦਾ ਨਾਮ ਪਤਾ ਲਿਖਿਆ ਜਾਂਦਾ ਹੈ, ਕਿੰਨੀ ਰਕਮ ਉਸਨੇ ਵਸੂਲ ਕੀਤੀ ਕਾਗਜ਼ ਦੇ ਉੱਤੇ ਇਹ ਲਿਖਿਆ ਜਾਂਦਾ ਹੈ, ਸੈਂਕੜੇ ਪਿੱਛੇ ਉਸਨੇ ਕਿੰਨੀ ਵਿਆਜ ਲਾਉਣੀ ਹੈ ਬਕਾਇਦਾ ਇਹ ਹਿਸਾਬ ਕਿਤਾਬ ਇੱਕ ਕਾਗਜ਼ ਉੱਤੇ ਲਿਖ ਲੈਂਦਾ ਹੈ। ਪਰ ਭਾਈ ਗੁਰਦਾਸ ਕਹਿੰਦੇ ਜਿਸ ਕਾਗਜ਼ ਦੇ ਉੱਤੇ ਸ਼ਾਹੂਕਾਰ ਉਹ ਲਿਖਦਾ ਹੈ ਨਾ, ਤੇ ਉਸ ਕਾਗਜ਼ ਨੂੰ ਆਪਣੇ ਹੱਥਾਂ ਵਿੱਚ ਚੁੱਕ ਕੇ ਵੇਖੀਏ ਉਹਦਾ ਕੋਈ ਬਹੁਤਾ ਜ਼ਿਆਦਾ ਭਾਰ ਨਹੀਂ ਹੁੰਦਾ। ਉਹਨੂੰ ਚੁੱਕਣ ਲੱਗਿਆਂ ਕਿਸੇ ਮੁਸ਼ਕਲ ਦਾ, ਕਿਸੇ ਮੁਸੀਬਤ ਦਾ ਸਾਨੂੰ ਸਾਹਮਣਾ ਨਹੀਂ ਕਰਨਾ ਪੈਂਦਾ। ਇੱਥੋਂ ਤੱਕ ਕਿ ਸ਼ਾਹੂਕਾਰ ਕਈ ਵਾਰ ਉਸ ਕਾਗਜ਼ ਨੂੰ ਫੋਲਡ ਕਰਕੇ ਆਪਣੀ ਜੇਬ ਦੇ ਵਿੱਚ ਪਾ ਕੇ ਵੀ ਘੁੰਮਦਾ ਫਿਰਦਾ ਹੈ। ਸੱਚ ਜਾਣਿਓ, ਉਸ ਕਾਗਜ਼ ਦੀ ਕੀਮਤ ਦਾ ਸਾਨੂੰ ਪਤਾ ਉਸ ਦਿਨ ਲੱਗਦਾ ਹੈ ਜਿਸ ਦਿਨ 2 ਸਾਲ ਬਾਅਦ ਜਾਂ 3 ਸਾਲਾਂ ਬਾਅਦ ਜਿੰਨੀ ਰਕਮ ਵਸੂਲ ਕੀਤੀ ਹੁੰਦੀ ਹੈ, ਜਾਂ ਜਿਸ ਮਨੁੱਖ ਨੇ ਉਹਦੇ ਕੋਲੋਂ ਰਕਮ ਵਸੂਲ ਕੀਤੀ ਹੁੰਦੀ ਹੈ ਉਹਦੇ ਘਰ ਵਿੱਚ ਜਾ ਕੇ ਜਦੋਂ ਉਸੇ ਕਾਗਜ਼ ਨੂੰ ਲੈ ਕੇ ਸਮੇਤ ਵਿਆਜ ਦੇ ਉਹ ਹਿਸਾਬ ਕਿਤਾਬ ਕਰਦਾ ਹੈ, ਫਿਰ ਪਤਾ ਲੱਗਦਾ ਹੈ ਵੀ ਇਹ ਛੋਟਾ ਜਿਹਾ ਕਾਗਜ਼ ਕਿੰਨੀ ਕੁ ਵੱਡੀ ਕੀਮਤ ਰੱਖਦਾ ਹੈ ਜਦੋਂ ਉਹ ਸਮੇਤ ਵਿਆਜ ਦੇ ਹਜ਼ਾਰਾਂ ਰੁਪਈਏ ਬਣਾ ਕੇ ਰੱਖ ਦਿੰਦਾ ਹੈ। ਤੀਜਾ ਪ੍ਰਮਾਣ ਭਾਈ ਗੁਰਦਾਸ ਜੀ ਨੇ ਲਿਆ ਬੋਹੜ ਦੇ ਦਰਖਤ ਦਾ। ਤੇ ਆਪਾਂ ਜਿੰਨੇ ਵੀ ਪੰਜਾਬ ਦੀ ਧਰਤੀ ਤੋਂ ਆਏ ਹਾਂ ਭਲੀ ਭਾਂਤ ਜਾਣਦੇ ਹਾਂ ਵੀ ਬੋਹੜ ਦਾ ਦਰਖਤ ਬਹੁਤ ਵੱਡਾ ਹੁੰਦਾ ਹੈ, ਤੇ ਉਸ ਦੀ ਠੰਡੀ ਛਾਂ ਨੂੰ ਅਕਸਰ ਕਵੀ ਜਨਾਂ ਨੇ ਆਪਣੀਆਂ ਕਵਿਤਾਵਾਂ ਦੇ ਵਿੱਚ, ਆਪਣੀ ਲੇਖਣੀ ਦੇ ਵਿੱਚ ਮਾਂ ਦੀ ਨਿੱਘੀ ਗੋਦ ਦੇ ਨਾਲ ਉਹਦੀ ਤਸ਼ਬੀਹ ਦਿੱਤੀ ਹੋਈ ਹੈ। ਭਾਈ ਗੁਰਦਾਸ ਕਹਿੰਦੇ ਬੋਹੜ ਦਾ ਦਰਖਤ ਵੇਖੋ ਕਿੰਨਾ ਵੱਡਾ ਹੁੰਦਾ ਹੈ, ਪਰ ਉਸ ਦਾ ਬੀਜ ਬਿਲਕੁਲ ਛੋਟਾ ਜਿਹਾ ਹੁੰਦਾ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਬੀਜ ਦੇਖਿਆ ਹੈ, ਜਿਵੇਂ ਸਰੋਂ ਦੇ ਦਾਣੇ ਹੁੰਦੇ ਨੇ, ਬਿਲਕੁਲ ਉਹਨਾਂ ਦੇ ਆਕਾਰ ਵਰਗਾ ਉਸ ਦਾ ਛੋਟਾ ਜਿਹਾ ਬੀਜ ਹੁੰਦਾ ਹੈ। ਉਸ ਬੀਜ ਨੂੰ ਆਪਣੇ ਹੱਥ ਦੀ ਤਲੀ ਤੇ ਟਿਕਾਈਏ, ਛੋਟਾ ਜਿਹਾ ਉਸ ਦਾ ਆਕਾਰ, ਬਿਲਕੁਲ ਵਜੂਦ ਉਸ ਦਾ ਛੋਟਾ ਜਿਹਾ, ਪਰ ਉਸੇ ਹੀ ਬੀਜ ਨੂੰ ਜਦੋਂ ਆਪਾਂ ਜ਼ਮੀਨ ਵਿੱਚ ਬੀਜ ਦਈਏ, ਜ਼ਮੀਨ ਦੇ ਸਪੁਰਦ ਕਰ ਦਈਏ, ਤੇ ਭਾਈ ਗੁਰਦਾਸ ਕਹਿੰਦੇ ਨੇ ਉਹਦੇ ਵਿੱਚੋਂ ਇੱਕ ਬਹੁਤ ਵੱਡਾ ਦਰਖਤ ਪੈਦਾ ਹੋ ਜਾਂਦਾ ਹੈ, ਬੋਹੜ ਦਾ ਦਰਖਤ। ਤੇ ਵੇਖੋ ਬੀਜ ਛੋਟਾ ਜਿਹਾ, ਪਰ ਉਹਦੀ ਕੀਮਤ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਉਹਨੂੰ ਜ਼ਮੀਨ ਵਿੱਚ ਬੀਜ ਦਈਏ, ਜਦੋਂ ਉਸੇ ਛੋਟੇ ਜਿਹੇ ਬੀਜ ਵਿੱਚੋਂ ਇੱਕ ਬਹੁਤ ਵੱਡਾ ਬੋਹੜ ਦਾ ਦਰਖਤ ਪੈਦਾ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਇਹ 3 ਪ੍ਰਮਾਣ ਦੇ ਕੇ ਸਮਝਾਇਆ ਹੈ, ਸਿੱਖਾ ਤੂੰ ਵੀ ਆਪਣਾ ਸੰਗਤ ਵਿੱਚ ਬੈਠਣ ਦਾ ਜਿਹੜਾ ਸਮਾਂ ਹੈ, ਬੇਸ਼ੱਕ 5 ਜਾਂ 6 ਮਿੰਟ ਹੀ ਤੂੰ ਗੁਰੂ ਕੀ ਸੰਗਤ ਵਿੱਚ ਬੈਠੇ ਤੇ ਇਹਨੂੰ ਵਿਅਰਥ ਕਰਕੇ ਨਾ ਜਾਣੀ। ਚੌਥੀ ਤੁਕ ਵਿੱਚ ਫੈਸਲਾ ਇਹ ਦੇ ਦਿੱਤਾ, ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ ਜਾਣੀਐ ਮਹਾਤਮ ਗਏ ਹੀ ਹਰ ਦੁਆਰ ਜੀ। ਭਾਈ ਗੁਰਦਾਸ ਕਹਿੰਦੇ ਨੇ ਸਿੱਖਾ ਇਹ ਜਿਹੜੀ ਸੰਗਤ ਤੂੰ ਅੱਜ ਪਿਆ ਕਰਦਾ ਹੈ, ਇਹਦੀ ਕੀਮਤ ਦਾ ਵੀ ਤੈਨੂੰ ਉਸ ਦਿਨ ਪਤਾ ਲੱਗਣਾ ਹੈ ਜਦੋਂ ਇਸ ਫਾਨੀ ਸੰਸਾਰ ਤੋਂ ਕੂਚ ਕਰਕੇ ਤੂੰ ਪ੍ਰਭੂ ਦੀ ਦਰਗਾਹ ਵਿੱਚ ਜਾਵੇਂਗਾ। ਉਨੀ ਦੇਰ ਤੱਕ ਤੈਨੂੰ ਕੀਤੀ ਹੋਈ ਸੰਗਤ ਦੇ ਮਹਾਤਮ ਦਾ ਕੋਈ ਅੰਦਾਜ਼ਾ ਨਹੀਂ ਹੋਵੇਗਾ। ਸੋ ਸੰਗਤ ਦੀ ਮਹਿਮਾ ਬਾਣੀ ਵਿੱਚ ਗੁਰਦੇਵ ਨੇ ਬੜੀ ਗਾਇਨ ਕੀਤੀ ਹੈ, ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਇਹ ਪ੍ਰਮਾਣ ਦੇ ਕੇ ਸਾਨੂੰ ਵੀ ਸਮਝਾ ਦਿੱਤਾ ਕਿ ਸਾਡੀ ਕੀਤੀ ਹੋਈ ਸੰਗਤ ਵੀ ਕਿਧਰੇ ਵਿਅਰਥ ਨਹੀਂ ਜਾਵੇਗੀ ਜੇ ਕਿਤੇ ਸੰਗਤ ਵਿੱਚ ਬੈਠ ਕੇ ਭਾਵਨਾ ਨਾਲ ਸਿੱਖ ਨੇ ਗੁਰੂ ਦੇ ਬਚਨਾਂ ਨੂੰ ਆਪਣੇ ਕੰਨਾਂ ਵਿੱਚ ਸਰਵਣ ਕਰ ਲਿਆ। ਸੋ ਆਪਾਂ ਜਿੰਨੇ ਵੀ ਸੰਗਤ ਵਿੱਚ ਜੁੜ ਮਿਲ ਬੈਠੇ ਹਾਂ, ਕੱਲ ਦੇ ਦੀਵਾਨਾਂ ਦੇ ਵਿੱਚ ਆਪ ਜੀ ਦੇ ਨਾਲ ਜੂਨ 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਵਿਚਾਰ ਆਪ ਜੀ ਦੇ ਸਮਕਸ਼ ਰੱਖਣ ਦਾ ਨਿਮਾਣਾ ਯਤਨ ਕਰ ਰਿਹਾ ਸਾਂ। ਆਪਾਂ ਇੱਥੋਂ ਤੱਕ ਵਿਚਾਰ ਚੁੱਕੇ ਸਾਂ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੂੰ 1977 ਦੇ ਵਿੱਚ ਦਮਦਮੀ ਟਕਸਾਲ ਦੀ ਜਿਹੜੀ ਦਸਤਾਰਬੰਦੀ ਹੈ ਇਹ ਕੀਤੀ ਗਈ। ਜਦੋਂ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਅਕਾਲ ਚਲਾਣਾ ਕਰ ਗਏ, ਉਹਨਾਂ ਤੋਂ ਬਾਅਦ ਦਸਤਾਰਬੰਦੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਨੂੰ ਹੁੰਦੀ ਹੈ। ਤੇ ਦਸਤਾਰਬੰਦੀ ਦੇ ਸੰਬੰਧ ਵਿੱਚ ਮੈਂ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਚੁੱਕਿਆ। ਇਸ ਤੋਂ ਥੋੜਾ ਜਿਹਾ ਅਗੇਰੇ ਚੱਲੀਏ।
ਪੰਜਾਬ ਦੀ ਧਰਤੀ ਤੇ ਜਿਸ ਵੇਲੇ 1978 ਦੇ ਵਿੱਚ ਵਿਸਾਖੀ ਦਾ ਦਿਹਾੜਾ ਆਉਂਦਾ ਹੈ ਤੇ ਸਿੱਖ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਜਿਤ ਸੰਸਾਰ ਭਰ ਦੇ ਵਿੱਚੋਂ ਅੰਮ੍ਰਿਤਸਰ ਦੀ ਧਰਤੀ ਤੇ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ ਨੇ। ਤੇ ਉਹਨਾਂ ਸਮਿਆਂ ਦੌਰਾਨ ਹੀ ਜਿਹੜਾ ਨਕਲੀ ਗੁਰੂ ਬਣਿਆ ਬੈਠਾ ਸੀ, ਜਿਸ ਦਾ ਨਾਮ ਆਪਣਾ ਗੁਰਬਚਨਾ ਕਰਕੇ ਪੜ੍ਹਦੇ ਹਾਂ, ਤੇ ਖਾਲਸਾ ਪੰਥ ਇਸ ਨੂੰ ਨਰਕ ਧਾਰੀਆ ਕਹਿੰਦਾ ਹੈ, ਭਾਵੇਂ ਕਿ ਇਸ ਸੰਸਥਾ ਦਾ ਨਾਮ ਨਿਰੰਕਾਰੀ ਕਰਕੇ ਪੈਂਦਾ ਹੈ। ਖਾਲਸਾ ਪੰਥ ਨੇ ਇਹਨਾਂ ਨੂੰ ਨਰਕ ਧਾਰੀ ਕਰਕੇ ਆਖਿਆ ਹੈ। ਇਹ ਬਚਨਾ ਨਰਕ ਧਾਰੀਆ ਅਕਸਰ ਆਪਣੀ ਜ਼ੁਬਾਨ ਤੋਂ ਕਹਿੰਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹ ਕੇਵਲ ਇੱਕ ਕਿਤਾਬ ਨੇ ਤੇ ਕਿਤਾਬ ਤੋਂ ਇਲਾਵਾ ਹੋਰ ਕੁਝ ਨਹੀਂ। ਇਹ ਆਪਣਾ ਪ੍ਰਚਾਰ ਬੜੇ ਜ਼ੋਰਾਂ ਸ਼ੋਰਾਂ ਤੇ ਕਰ ਰਿਹਾ ਸੀ, ਕਿਉਂਕਿ ਸਰਕਾਰ ਦੀ ਪੂਰੀ ਇਸ ਨੂੰ ਛਹਿ ਸੀ, ਕਿਉਂਕਿ ਬਿਨਾਂ ਗੌਰਮੈਂਟ ਦੇ ਹੁਕਮ ਤੋਂ, ਬਿਨਾਂ ਗੌਰਮੈਂਟ ਦੀ ਸ਼ਹਿ ਤੋਂ ਇਹੋ ਜਿਹੇ ਦੰਭੀ ਪਖੰਡੀ ਕਿਸੇ ਦੇ ਧਰਮ ਦੇ ਖਿਲਾਫ ਬੋਲ ਨਹੀਂ ਸਕਦੇ। ਸੋ ਜਦੋਂ ਇਹਨਾਂ ਨੇ ਇੱਕ ਵੱਡਾ ਪ੍ਰੋਗਰਾਮ ਉਲੀਕ ਲਿਆ ਕਿ ਅੰਮ੍ਰਿਤਸਰ ਦੀ ਧਰਤੀ ਤੇ ਹੀ ਆਪਾਂ ਇਹ ਇੱਕ ਵੱਡਾ ਸਮਾਗਮ ਉਲੀਕਣਾ ਹੈ ਤੇ ਇੱਕ ਬਹੁਤ ਵੱਡਾ ਜਲੂਸ, ਜਿਸ ਵਿੱਚ ਬਚਨੇ ਨਰਕ ਧਾਰੀਏ ਨੇ ਤੇ ਉਹਦੀ ਘਰਵਾਲੀ ਨੇ ਇੱਕ ਪਾਲਕੀ ਦੇ ਵਿੱਚ ਬੈਠਣਾ ਸੀ ਤੇ ਬਹੁਤ ਵੱਡਾ ਜਲੂਸ ਕੱਢਿਆ ਜਾਣਾ ਸੀ। ਤੇ ਅੰਮ੍ਰਿਤਸਰ ਦੀ ਧਰਤੀ ਜਿੱਥੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਇੱਕ ਜਗ੍ਹਾ ਤੇ ਇਕੱਤਰ ਕਰਕੇ ਇਸ ਦੀ ਸੰਪਾਦਨਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਕੀਤਾ, ਉਸੇ ਹੀ ਧਰਤੀ ਤੇ ਆ ਕੇ ਸਾਡੇ ਹੀ ਕੇਂਦਰੀ ਅਸਥਾਨ ਤੇ ਆ ਕੇ ਇਹ ਗੁਰੂ ਦਾ ਬਹੁਤ ਵੱਡਾ ਨਿਰਾਦਰ ਕਰਨ ਦੇ ਉੱਤੇ ਜੁਟਿਆ ਹੋਇਆ ਸੀ। ਤੇ ਜਿਹੜੇ ਗੁਰਮੁਖ ਪਿਆਰਿਆਂ ਨੇ ਇਹ ਘਟਨਾ ਆਪਣੀਆਂ ਅੱਖਾਂ ਦੇ ਨਾਲ ਵੇਖੀ, ਸਾਡੇ ਵਿੱਚੋਂ ਵੀ ਬਹੁਤ ਸਾਰੇ ਐਸੇ ਗੁਰਮੁਖ ਪਿਆਰੇ ਬੈਠੇ ਨੇ ਜਿਨ੍ਹਾਂ ਨੇ ਇਸ ਸਾਕੇ ਨੂੰ ਆਪਣੇ ਤਨ ਦੇ ਉੱਤੇ ਹੰਢਾਇਆ ਹੈ, ਇਸ ਘੱਲੂ ਘਾਰੇ ਨੂੰ ਆਪਣੇ ਤਨ ਦੇ ਉੱਤੇ ਹੰਢਾਇਆ ਹੈ ਤੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ। ਯਕੀਨ ਜਾਣੋ, ਰਾਜਸਥਾਨ ਦੀ ਧਰਤੀ ਤੇ ਮੈਂ ਰਾਤ ਵੀ ਆਪ ਜੀ ਦੇ ਨਾਲ ਇਹ ਬਚਨ ਸਾਂਝਾ ਕੀਤਾ ਸੀ। ਬੁੱਢਾ ਜੌੜ ਦੇ ਕੋਲੇ ਇੱਕ ਗੁਰਮੁਖ ਪਿਆਰਾ ਜਿਸ ਦਾ ਨਾਮ ਭਾਈ ਲਹਿੰਬਰ ਸਿੰਘ ਹੈ, ਅੱਜ ਉਹ ਉਮਰ ਰਸੀਦਾ ਹੋ ਗਿਆ ਹੈ, ਉਹਦੇ ਕੋਲ ਕੁਝ ਸਮਾਂ ਬੈਠਣ ਨੂੰ ਮਿਲਿਆ ਤੇ ਉਹਨੇ ਇਹ ਸਾਰੀ ਘਟਨਾ ਆਪਣੀਆਂ ਅੱਖਾਂ ਨਾਲ ਵੇਖੀ ਸੀ। ਜਿਵੇਂ ਉਹਨੇ ਮੈਨੂੰ ਦੱਸਿਆ, ਮੈਂ ਆਪ ਜੀ ਦੇ ਨਾਲ ਉਸੇ ਤਰ੍ਹਾਂ ਸਾਂਝੀ ਕਰਨ ਲੱਗਾ। ਉਹ ਮੈਨੂੰ ਆਖਣ ਲੱਗਾ ਕਿ ਬਲਜੀਤ ਸਿੰਘ, ਮੈਂ ਉਸ ਦਿਨ ਆਪ ਸਟੇਜ ਦੇ ਉੱਤੇ ਬੈਠਾ ਹੋਇਆ ਸਾਂ, ਜਿਸ ਸਟੇਜ ਦੇ ਉੱਤੇ ਜਿੰਨੇ ਵੀ ਮੰਤਰੀ ਸਨ ਪੰਜਾਬ ਦੇ, ਉਹ ਤਕਰੀਬਨ ਆਪਣਾ ਭਾਸ਼ਣ ਦੇ ਰਹੇ ਸਨ। ਵਿਸਾਖੀ ਦਾ ਦਿਹਾੜਾ ਤੇ ਬਹੁਤ ਵੱਡੀ ਸਟੇਜ ਸਜੀ ਹੋਈ ਸੀ। ਤੇ ਭਾਈ ਲਹਿੰਬਰ ਸਿੰਘ ਆਖਣ ਲੱਗਾ ਕਿ ਉਸ ਵਕਤ ਕੈਬਨਿਟ ਮੰਤਰੀ ਉਮਰਾ ਨੰਗਲ ਜਿਹੜਾ ਸੀ, ਉਹ ਆਪਣੀ ਸਪੀਚ ਦੇ ਰਿਹਾ ਸੀ, ਆਪਣਾ ਭਾਸ਼ਣ ਦੇ ਰਿਹਾ ਸੀ। ਤੇ ਭਾਸ਼ਣ ਦੇ ਵਿੱਚ ਇਹ ਦੱਸ ਰਿਹਾ ਸੀ ਕਿ ਸਰਕਾਰ ਨੇ ਹੁਣ ਤੱਕ ਕੀ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੇ, ਸਮੇਂ ਦੀ ਗਵਰਨਮੈਂਟ ਨੇ ਕੀ ਕੁਝ ਕਰਨਾ ਹੈ। ਇਹ ਸਾਰਾ ਕੁਝ ਆਪਣੇ ਭਾਸ਼ਣ ਦੌਰਾਨ ਸਰਕਾਰ ਦੀਆਂ ਜਿਹੜੀਆਂ ਸਰਗਰਮੀਆਂ ਸਨ ਉਹ ਸੰਗਤਾਂ ਦੇ ਨਾਲ ਸਾਂਝੀਆਂ ਪਿਆ ਕਰਦਾ ਸੀ ਕੈਬਨਿਟ ਮੰਤਰੀ ਉਮਰਾ ਨੰਗਲ। ਜਿਸ ਵਕਤ ਦਮਦਮੀ ਟਕਸਾਲ ਦਾ ਇਹ ਜਥਾ ਉਸ ਸਟੇਜ ਦੇ ਉੱਤੇ ਆਉਂਦਾ ਹੈ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਨਾਲ ਜਥੇ ਦੇ ਕੁਝ ਹੋਰ ਸਿੰਘ ਸਨ, ਇੱਕ ਕੈਂਟਰ ਦੇ ਉੱਤੇ ਇਹ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਦੇ ਨੇ। ਤੇ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਜਿਸ ਵੇਲੇ ਬਾਜ਼ਾਰਾਂ ਵਿੱਚੋਂ ਦੀ ਲੰਘਦਿਆਂ ਹੋਇਆਂ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਦੇ ਨੇ ਤੇ ਰਸਤੇ ਵਿੱਚ ਲੱਗੇ ਹੋਏ ਸਨ ਉਹਨਾਂ ਦੇ ਪੋਸਟਰ, ਰਸਤੇ ਵਿੱਚ ਲੱਗੇ ਹੋਏ ਸਨ ਉਹਨਾਂ ਦੇ ਇਸ਼ਤਿਹਾਰ। ਬਚਨੇ ਨਰਕ ਧਾਰੀਏ ਨੇ ਪਾਲਕੀ ਦੇ ਵਿੱਚ ਬੈਠ ਕੇ ਜਿਵੇਂ ਆਪਣਾ ਜਲਸਾ ਅੰਮ੍ਰਿਤਸਰ ਦੀ ਧਰਤੀ ਤੇ ਕੱਢਣਾ ਸੀ, ਜਿਵੇਂ ਉਹ ਵਿਉਂਤਬੰਦੀ ਕੀਤੀ ਗਈ ਸੀ, ਜਿੱਥੇ ਉਹ ਸਮਾਗਮ ਉਲੀਕਿਆ ਗਿਆ ਸੀ, ਇਹ ਸਾਰਾ ਕੁਝ ਸਿੰਘ ਰਸਤੇ ਦੇ ਵਿੱਚ ਬਾਜ਼ਾਰ ਦੇ ਵਿੱਚੋਂ ਦੀ ਆਉਂਦੇ ਹੋਏ ਪੋਸਟਰਾਂ ਦੇ ਉੱਤੇ, ਇਸ਼ਤਿਹਾਰਾਂ ਦੇ ਉੱਤੇ ਪੜ੍ਹ ਕੇ ਆਏ ਸਨ। ਤੇ ਕੈਬਨਿਟ ਮੰਤਰੀ ਉਮਰਾ ਨੰਗਲ ਸਟੇਜ ਤੇ ਬੋਲਦਾ ਪਿਆ ਹੈ ਤੇ ਇੱਕਦਮ ਇਹ ਦਮਦਮੀ ਟਕਸਾਲ ਦਾ ਜਥਾ, ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਐਸੇ ਸਿੰਘ ਜਿਹੜੇ ਉਸ ਵਕਤ ਉਸ ਸਟੇਜ ਦੇ ਉੱਪਰ ਆਉਂਦੇ ਨੇ। ਦੀਵਾਨ ਦੇ ਵਿੱਚ ਉਹਨਾਂ ਨੇ ਆਪਣਾ ਆ ਕੇ ਐਂਟਰ ਕੀਤਾ। ਆ ਕੇ
गुरु ग्रंथ साहिब सच्चे पातशाह जी नूं नतमस्तक होए ते संत ज्ञानी जरनैल सिंह खालसा जी स्टेज के उपर चढ़ गए। लैंबर सिंह कहता है कि जिस वक्त जथा आया ना, भावें असीं स्टेज ते बैठे सां, पर जथे दे सिंह काफ़ी होण करके असीं ये विचार कीते भी सारिआं दे कोलों स्टेज के उपर बैठिया नहीं जाना, इस वास्ते असीं आप बिल्कुल स्टेज के नाल ही हेठले पासे बैठ गए। तो लैंबर सिंह कहता है संत ज्ञानी जरनैल सिंह खालसा स्टेज के उपर चढ़े, कैबिनेट मंत्री के बोलद्या होया ही उन्होंने मोढे तो फड़िया तो एक साइड ते करके आप माइक के उपर आ गए, क्योंकि वो रस्ते दे विचों सारा कुछ पढ़ के सुन के आए सन कि किवें नरकधारिया अमृतसर की धरती ते ही गुरु ग्रंथ साहिब सच्चे पातशाह जी की पवित्र बाणी का निरादर पिया करदा है। ये उन्हां दे जिहन दे विच सी ते कैबिनेट मंत्री नूं बोलदिया होया नूं मोढे तो फड़ के एक साइड ते करके आप माइक ते आके संगतां दे विच उन्हां ने ये स्पीच दिती कि गुरु खालसा जी अज विसाखी का दिहाड़ा है ते विसाखी के दिहाड़े ते सिख संगतां आके धन गुरु रामदास सच्चे पातशाह जी के दर ते झुकियां ने। बहुत वड्डी तादाद दे विच सिख संगतां दा इकट्ठ सी। महापुरुषां ने यह स्पीच दिती कि अज एक नरकधारिया एक नकली गुरु आके इसे ही अमृतसर की धरती ते गुरु का निरादर करे, जिथे गुरु अर्जन देव सच्चे पातशाह जी ने गुरु ग्रंथ साहिब जी की संपादना करके हरमंदर साहिब विच प्रकाश किया है, ते सानू गुरबाणी के लड़ लाउंदिया होया गुरबाणी के अदब ते सत्कार बारे दसिया है, ते इत्थे आन के वो बहुत वड्डा निरादर करे। साडे वास्ते ते बिल्कुल मर जाने वाली गल है, जे जीवै पत लथी जाए सब हराम जेता किश खाए। ते संतां ने बोलदिया होया ये स्पीच दिती कि गुरु खालसा जी असी उस नकली बने गुरु नूं नरकधारीए नूं रोकण वास्ते कुछ सिंघां दे समेत उत्थे चले आ। संगत विचों जिहड़ा भी कोई गुरु नाल प्यार करदा है, जिहड़ा भी कोई गुरु दी बाणी दा अदब अते सत्कार करदा है, जे कोई भावना वाला सिख साडे नाल तुरना चाहुंदा है वो तुर सकदा है, क्योंकि असीं उहनूं रोकण वास्ते फैसला बना लिया है ते नाल अपने सिंघां नूं लैके असीं उहनां नूं जरूर रोकांगे। ये कह के महापुरुष कहंदे ने स्टेज तो हेठां उतर आए। ये जो कुछ अखां नाल लैंबर सिंह ने वेख्या ते मैं उहदे कोल बैठ के सुनिया, मैनूं कहंदा सारा वाकियात मेरियां अखां सामने वापरिया है, जिवें सिंघां ने शहादतां दे जाम पीते ते किन्ने को उत्थे फट्टड़ होए सन, जिन्हां नूं असीं अपने हत्थां विच चुक के लैके किसे नूं हॉस्पिटल दे विच एडमिट करवाया, किसे नूं कित्थों तक लैके गए। लैंबर सिंह कहंदा जदों इन्नी स्पीच दे के महापुरुष स्टेज तो हेठां उतरे ना, ते कैबिनेट मंत्री पहलां ही बोलदा पिया सी, वो फिर वापस स्टेज के उत्ते उस तरह आया। जिहड़ी तकरीर जिहड़ी स्पीच संतां ने दिती सी उस ही स्पीच नूं मुख रखदियां होया कैबिनेट मंत्री बोलन लगा। उमरा नंगल आखण लगा कि ये भारत की धरती बहुत सारे धर्म इत्थे मौजूद ने ते हर एक नूं बोलण दा पूरा हक है, कोई भी किसी के खिलाफ बोल सकता है। जे वो गुरबचना तुहाडे खिलाफ बोलदा है, गुरु ग्रंथ साहिब सच्चे पातशाह जी के खिलाफ बोलदा है, तो तुसीं भी उन्हां दे खिलाफ बोल सकते हो। हर एक नूं खुली आज़ादी है, कोई भी किसी के खिलाफ बोल सकता है। कहते जदों ये बोल संतां ने अपने कन्नां विच सुने ते सारियां संगतां ने सुने, संत दोबारा फिर वापस स्टेज के उपर चढ़ के आ गए ते कैबिनेट मंत्री नूं फिर एक पासे कीता ते जिहड़ी स्पीच उन्होंने दिती आखण लगे, हाँ असी इस गल नाल सहमत हाँ कि हिंदुस्तान की धरती दे विच बहुत सारे धर्म मौजूद ने, अनेकां धर्मां दे लोग इत्थे वसदे ने, ते कोई एक व्यक्ति किसी दूजे व्यक्ति के खिलाफ बोल सकता है। ते अक्सर इस तरह पार्टियां दे विच हुंदा है, जिवें कांग्रेस पार्टी वो अक्सर अकालियां के खिलाफ बोलते हैं ते अकाली जिहड़े ने वो कांग्रेस के खिलाफ बोलते हैं। एक पार्टी के व्यक्ति दूजी पार्टी के व्यक्तियों के खिलाफ अक्सर स्टेजां के उत्तों बोलते हैं ते ये स्पीचां सुनते रहंदे ने। ते महापुरुष कहंदे जे वो साडे खिलाफ बोलदा, किसी व्यक्ति के खिलाफ बोलदा ते असीं बर्दाश्त कर लैंदे, पर उन्होंने साडे इष्ट के उत्ते उंगली चुकी है, उन्होंने गुरबाणी के उपर उंगली चुकी है, उन्होंने गुरु ग्रंथ साहिब सच्चे पातशाह जी नूं एक किताब करके आख्या है
ਤੇ ਕਿਸੇ ਨੂੰ ਕੋਈ ਹੱਕ ਨਹੀਂ ਕਿ ਕੋਈ ਇਸ਼ਟ ਦੇ ਖਿਲਾਫ, ਕਿਸੇ ਦੇ ਧਰਮ ਦੇ ਖਿਲਾਫ ਇਸ ਪੰਜਾਬ ਦੀ ਧਰਤੀ ਤੇ ਆਣ ਕੇ ਉੱਚੀ ਆਵਾਜ਼ ਦੇ ਵਿੱਚ ਬੋਲੇ। ਇਹ ਕਿਸੇ ਨੂੰ ਕੋਈ ਹੱਕ ਨਹੀਂ। ਅਸੀਂ ਫੈਸਲਾ ਕਰ ਚੁੱਕੇ ਹਾਂ, ਇਸ ਵਾਸਤੇ ਲਾਜ਼ਮੀ ਉਹਨਾਂ ਨੂੰ ਰੋਕਣ ਵਾਸਤੇ ਜਾਵਾਂਗੇ। ਸੰਤਾਂ ਨੇ ਸਪੀਚ ਵਿੱਚ ਕਹਿ ਦਿੱਤਾ ਕਿ ਅਸੀਂ ਅਰਦਾਸ ਕਰਕੇ ਖਾਲਸਾ ਜੀ ਤੁਰਨ ਲੱਗੇ ਹਾਂ। ਜਿੰਨੇ ਵੀ ਪੰਡਾਲ ਵਿੱਚ ਬੈਠੇ ਹੋਏ ਸਨ, ਜਿੰਨੀ ਸੰਗਤ ਦਾ ਉੱਥੇ ਇਕੱਠ ਸੀ, ਯਕੀਨ ਜਾਣੋ ਸਿੱਖ ਭਾਵਨਾ ਨਾਲ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਝੁਕਦਾ ਹੈ। ਜਿੰਨੇ ਵੀ ਭਾਵਨਾ ਵਾਲੇ ਸਨ ਤਕਰੀਬਨ ਸਾਰੇ ਪੰਡਾਲ ਦੇ ਵਿੱਚੋਂ ਉੱਠ ਪਏ। ਜਿੰਨੀ ਵੀ ਸੰਗਤ ਉੱਤੇ ਬੈਠੀ ਸੀ, ਖਲਬਲੀ ਮਚ ਗਈ। ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਤਾ ਲੱਗ ਗਿਆ ਕਿ ਇਹ ਲਾਜ਼ਮੀ ਹੁਣ ਅਰਦਾਸ ਬੇਨਤੀ ਕਰਕੇ ਇੱਥੋਂ ਤੁਰਨਗੇ ਤੇ ਉਹਨੂੰ ਰੋਕਣਗੇ। ਇਸੇ ਤਰ੍ਹਾਂ ਹੀ ਉਧਰ ਚੱਲ ਕੇ ਪਤਾ ਲੱਗ ਗਿਆ, ਕਿਉਂਕਿ ਸਰਕਾਰ ਦੀ ਸ਼ਹਿਤੀ ਤੇ ਸਾਰਾ ਕੁਝ ਹੋ ਰਿਹਾ ਸੀ। ਉਸੇ ਵੇਲੇ ਉੱਥੇ ਖਬਰ ਪਹੁੰਚ ਗਈ ਨਰਕਧਾਰੀਏ ਦੇ ਕੋਲੇ। ਜਿਵੇਂ ਉਹਨਾਂ ਨੇ ਪਲਾਨ ਬਣਾਇਆ ਸੀ ਕਿ ਇਹਨਾਂ ਬਾਜ਼ਾਰਾਂ ਦੇ ਵਿੱਚ ਦੀ ਹੁੰਦਾ ਹੋਇਆ ਸਾਡਾ ਜਿਹੜਾ ਜਲੂਸ ਹੈ, ਸਾਡਾ ਜਿਹੜਾ ਜਲਸਾ ਫਲਾਣੀ ਥਾਂ ਤੇ ਪਹੁੰਚੇਗਾ। ਉਹਨਾਂ ਨੇ ਉਸੇ ਵੇਲੇ ਸਾਰੀ ਵਿਉਂਤਬੰਦੀ ਬਦਲ ਦਿੱਤੀ ਤੇ ਥੋੜਾ ਜਿਹਾ ਬਾਜ਼ਾਰ ਉਹਨਾਂ ਨੇ ਉਸ ਵਕਤ ਕਵਰ ਕੀਤਾ ਕਿ ਉਸ ਬਾਜ਼ਾਰ ਦੇ ਵਿੱਚੋਂ ਦੀ ਹੋ ਕੇ ਅਸੀਂ ਇਸ ਪੰਡਾਲ ਦੇ ਵਿੱਚ ਪਹੁੰਚਾਂਗੇ, ਜਿੱਥੇ ਉਹਨਾਂ ਨੇ ਬਹੁਤ ਵੱਡਾ ਸਮਾਗਮ ਉਲੀਕਿਆ ਹੋਇਆ ਸੀ। ਕਿਉਂਕਿ ਪਤਾ ਲੱਗ ਗਿਆ ਕਿ ਦਰਬਾਰ ਸਾਹਿਬ ਤੋਂ, ਸਟੇਜ ਤੋਂ ਕੁਝ ਸਿੰਘ ਉੱਥੋਂ ਤੁਰਨ ਲੱਗੇ ਨੇ ਸਾਨੂੰ ਰੋਕਣ ਵਾਸਤੇ। ਕਹਿੰਦੇ ਨੇ ਬਾਬਾ ਜਰਨੈਲ ਸਿੰਘ ਜੀ ਪੰਡਾਲ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਅਰਦਾਸ ਕਰਨ ਲੱਗੇ। ਤੇ ਭਾਵਨਾ ਵਾਲੇ ਬਹੁਤ ਸਾਰੇ ਸਿੰਘ ਸਨ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਵਿੱਚੋਂ ਉੱਥੇ ਪਹੁੰਚੇ ਸਨ। ਉਸ ਵਕਤ ਫੌਜਾ ਸਿੰਘ ਜਿਹੜੇ ਅਖੰਡ ਕੀਰਤਨੀ ਜਥੇ ਦੇ ਨਾਲ ਸੰਬੰਧ ਰੱਖਦੇ ਸਨ, ਕਹਿੰਦੇ ਨੇ ਉਹ ਅੱਗੇ ਹੋਏ ਤੇ ਉਹਨਾਂ ਨੇ ਮਹਾਂਪੁਰਸ਼ਾਂ ਨੂੰ ਬਾਂਹ ਤੋਂ ਫੜ ਕੇ ਇੱਕ ਸਾਈਡ ਤੇ ਕੀਤਾ। ਆਖਣ ਲੱਗੇ, ਮਹਾਂਪੁਰਸ਼ੋ ਤੁਸੀਂ ਇਸ ਅਰਦਾਸ ਵਿੱਚ ਸ਼ਾਮਲ ਨਹੀਂ ਹੋਵੋਗੇ, ਕਿਉਂਕਿ ਜੋ ਅਸੀਂ ਤੁਹਾਡੀ ਸਪੀਚ ਸੁਣੀ ਹੈ, ਜੋ ਤੁਹਾਡੀਆਂ ਤਕਰੀਰਾਂ ਅਸੀਂ ਇਸ ਸਟੇਜ ਦੇ ਉੱਪਰੋਂ ਸੁਣੀਆਂ ਹੈ, ਸਾਨੂੰ ਤੁਹਾਡੇ ਉੱਤੇ ਪੂਰਾ ਵਿਸ਼ਵਾਸ ਹੈ। ਜੇ ਕੋਈ ਐਸਾ ਭਾਣਾ ਵਰਤ ਗਿਆ ਤੁਸੀਂ ਸਾਡੇ ਤੋਂ ਬਾਅਦ ਲਾਜ਼ਮੀ ਉਸ ਸਾਰੇ ਕੁਝ ਨੂੰ ਸੰਭਾਲ ਲਵੋਗੇ। ਤੁਸੀਂ ਪਿੱਛੋਂ ਸਾਡੇ ਪੈਰਵੀ ਕਰ ਸਕਦੇ ਹੋ, ਇਸ ਵਾਸਤੇ ਇਸ ਅਰਦਾਸ ਵਿੱਚ ਤੁਸੀਂ ਸ਼ਾਮਲ ਨਹੀਂ ਹੋਵੋਗੇ। ਕੁੱਲ ਮਿਲਾ ਕੇ 13 ਕੁ ਉਹ ਸਿੰਘ ਸਨ ਜਿਹੜੇ ਅੱਗੇ ਅਰਦਾਸ ਦੇ ਵਿੱਚ ਸ਼ਾਮਲ ਹੋਏ। ਪਰ ਯਕੀਨ ਜਾਣੋ ਭਾਵਨਾ ਵਾਲੀ ਸੰਗਤ ਬਹੁਤ ਸੀ ਜਿਹੜੀ ਬਾਜ਼ਾਰਾਂ ਦੇ ਵਿੱਚ ਦੀ ਜਦੋਂ ਸਿੰਘਾਂ ਨੇ ਅਰਦਾਸਾ ਸੋਧਿਆ ਤੇ ਅਰਦਾਸਾ ਸੋਧ ਕੇ ਤੁਰੇ। ਇਹਨਾਂ ਦੇ ਨਾਲ ਘੱਟ ਤੋਂ ਘੱਟ ਲੈਂਬਰ ਸਿੰਘ ਕਹਿੰਦਾ ਮੇਰੇ ਅੰਦਾਜ਼ੇ ਦੇ ਮੁਤਾਬਕ 400-500 ਦੇ ਕਰੀਬ ਜਿਹੜੀ ਸੰਗਤ ਸੀ ਉਸ ਪਾਸੇ ਵੱਲ ਨੂੰ ਬਾਜ਼ਾਰਾਂ ਦੇ ਵਿੱਚ ਦੀ ਜਿੱਧਰ ਕਿਸੇ ਨੂੰ ਜਗ੍ਹਾ ਮਿਲੀ, ਜਿਹੜੀ ਗਲੀ ਦੇ ਵਿੱਚੋਂ ਕਿਸੇ ਨੂੰ ਥਾਂ ਮਿਲੀ ਤੇ ਉਸ ਪਾਸੇ ਵੱਲ ਨੂੰ ਤੁਰ ਪਏ। ਹਾਲਾਂਕਿ ਇਹਨਾਂ ਦਾ ਮਨਸਾ ਕੁਝ ਇਸ ਤਰ੍ਹਾਂ ਦਾ ਨਹੀਂ ਸੀ ਕਿ ਅਸੀਂ ਤਲਵਾਰ ਦੇ ਮੁੱਠੇ ਤੇ ਆਪਣਾ ਹੱਥ ਲੈ ਜਾਈਏ। ਇਹਨਾਂ ਦੇ ਮਨ ਦਾ ਮਨਸਾ ਇਹ ਸੀ ਕਿ ਅਸੀਂ ਬੈਠ ਕੇ ਉਹਨਾਂ ਨਾਲ ਗੱਲ ਕਰਾਂਗੇ, ਉਹਨਾਂ ਨੂੰ ਆਪਣੀ ਜ਼ੁਬਾਨ ਦੇ ਨਾਲ ਸਮਝਾਵਾਂਗੇ। ਜੇਕਰ ਉਹ ਸਾਡੇ ਖਿਆਲਾਂ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਪਮਾਨ ਨਾ ਕਰਨ ਤੇ ਇਸ ਗੱਲ ਤੋਂ ਬਾਜ ਆ ਜਾਣ ਤੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਬਖੇੜਾ ਖੜਾ ਨਹੀਂ ਕਰਾਂਗੇ। ਜਿਸ ਵਕਤ ਸਿੰਘ ਉੱਥੇ ਗਏ, ਕਹਿੰਦੇ ਨੇ ਉਹਨਾਂ ਦੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਜਿੰਨੇ ਵੀ ਉਹਦੀ ਸਿਕਿਉਰਿਟੀ ਸੀ, ਸਿਕਿਉਰਿਟੀ ਦੇ ਵਿੱਚ ਖੜੇ ਹੋਏ ਪੁਲਿਸ ਕਰਮਚਾਰੀਆਂ ਨੇ ਇਹਨਾਂ ਆਏ ਹੋਏ ਸਿੰਘਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਜਿਸ ਵੇਲੇ ਗੋਲੀਆਂ ਚਲਾਈਆਂ ਤੇ ਸਿੰਘਾਂ ਨੇ ਵੀ ਜਿਨ੍ਹਾਂ ਦੇ ਕੋਲ ਸ਼ਸਤਰ ਹੈਨ ਸਨ ਉਹਨਾਂ ਨੇ ਆਪਣੇ ਸ਼ਸਤਰ ਦੇ ਮੁੱਠਿਆਂ ਦੇ ਉੱਤੇ ਹੱਥ ਲੈ ਗਏ। ਕਹਿੰਦੇ ਨੇ ਫੌਜਾ ਸਿੰਘ ਤੇ ਗਤਕਈ ਵੀ ਸੀ ਬਹੁਤ ਵੱਡੀ ਪੱਧਰ ਤੇ। ਉਹ ਗੁਰਮੁਖ ਪਿਆਰਾ ਸ਼ਸਤਰਾਂ ਦੇ ਜੌਹਰ ਨੂੰ ਚੰਗੇ ਤਰੀਕੇ ਦੇ ਨਾਲ ਜਾਣਦਾ ਸੀ, ਪੈਂਤੜੇ ਜਾਣਦਾ ਸੀ, ਕਿਉਂਕਿ ਗਤਕਾ ਉਹ ਸਿੱਖਿਆ ਹੋਇਆ ਸੀ। ਉਹ ਇੱਥੋਂ ਤੱਕ ਕਿ ਨਰਕਧਾਰੀਏ ਦੇ ਬਹੁਤ ਨਜ਼ਦੀਕ ਵੀ ਪਹੁੰਚ ਗਿਆ ਸੀ, ਪਰ ਇਹਦੇ ਉੱਤੇ ਇੱਕੇ ਵਾਰ ਹੀ ਬ੍ਰੈਸਟ ਖੋਲ ਦਿੱਤਾ। ਕਹਿੰਦੇ ਨੇ ਇਹਨਾਂ ਗੋਲੀਆਂ ਦੇ ਨਾਲ ਇਹਨਾਂ ਸਿੰਘਾਂ ਨੂੰ ਮੌਕੇ ਤੇ ਹੀ ਸ਼ਹੀਦ ਕਰ ਦਿੱਤਾ ਗਿਆ। 13 ਸਿੰਘ ਮੌਕੇ ਤੇ ਸ਼ਹਾਦਤ ਦਾ ਜਾਮ ਪੀ ਗਏ। ਲੈਂਬਰ ਸਿੰਘ ਦੇ ਕਹਿਣ ਮੁਤਾਬਕ ਕਹਿੰਦਾ ਘੱਟ ਤੋਂ ਘੱਟ 150 ਦੇ ਕਰੀਬ ਕਿਸੇ ਦੇ ਬਾਂਹ ਦੇ ਵਿੱਚ ਗੋਲੀ ਲੱਗੀ, ਕਿਸੇ ਦੇ ਪੱਟ ਦੇ ਵਿੱਚ ਗੋਲੀ ਲੱਗੀ, ਕਿਸੇ ਦੇ ਵੱਖੀ ਦੇ ਵਿੱਚ ਗੋਲੀ ਲੱਗੀ। ਜਿਵੇਂ ਸਿੰਘ ਫੱਟੜ ਹੋਏ ਸਨ ਉਹਨਾਂ ਨੂੰ ਚੁੱਕ ਕੇ ਕਿਸੇ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ, ਕਿਸੇ ਨੂੰ ਕਿਸੇ ਥਾਂ ਤੇ ਪਹੁੰਚਾਇਆ ਗਿਆ। ਜਿਹੜਾ ਉਹ ਵਿਸਾਖੀ ਦੇ ਸੰਬੰਧ ਵਿੱਚ ਸੰਗਤਾਂ ਦਾ ਹਜੂਮ, ਸੰਗਤਾਂ ਦਾ ਇਕੱਠ ਇਕੱਤਰ ਹੋਇਆ ਸੀ ਅੰਮ੍ਰਿਤਸਰ ਦੀ ਧਰਤੀ ਤੇ, ਉੱਥੇ ਇੱਕ ਖਲਬਲੀ ਮਚ ਗਈ।
बहुत वड्डा बखेड़ा खड़ा हो गया। ਸਿੰਘਾਂ ਦੇ शहीद हो जाण तो बाद भी घट्टो घੱਟ 2.5 ਜਾਂ 3 घंटे उस नरकधारीए का समागम उत्थे उस तरह निरंतर चलता रहा। तो किवें गौरमेंट ने किवें सरकार ने अपनी शह दे के ते उन्होंने पंजाब की धरती तो छेती दे नाल बाहर कढ़ दिता। तो इस तो वड्डी कौम वास्ते तरासदी वाली किहड़ी गल हो सकती सी जदों उन्हां ਸਿੰਘਾਂ ਦੇ शरीर इकत्र किए इकट्ठियां किए। उन्हां दे दाह संस्कार तो बाद उन्हां दे भोगां दे उत्ते फिर संत ज्ञानी जरनैल सिंह खालसा जी ने जिहड़ियां स्पीचां दित्तियां अज भी इंटरनेट द्वारा बहुत सारे गुरमुख प्यारे उन्होंने सुनते हैं। वेखो जिस टकसाल का काम से गुरबाणी की संथ्या करवानी, जिस टकसाल का काम से थावां थावां ते जाके नगरां नगरां दे विच जाके सिੱਖੀ का प्रचार ते प्रसार करना, जिस टकसाल का काम से कि अमृत संचार वधेरे तो वधेरे हो सके करने, ते उन्हां दे मन का मनसा सी कि सारे कलगीधर पातशाह जी की फौज दे विच शामिल हो जाण। केवल टकसाल का यह काम सी ते इस काम नूं निरंतर जिथे वो करते पे सन। इको वार संत ज्ञानी जरनैल सिंह खालसा जी ने जदों इन्हां ਸਿੰਘਾਂ दीयां शहीदियां वेखियां, इन्हां ने शहीदियां दे जाम पाए ते उन्हां दे शरीरां वल वेख के संतां ने जिहड़ियां स्पीचां दित्तियां कि खालसा जी अज साडे कोले शस्त्र है नहीं, अज साडे किसी दे भी हत्थ विच कोई बंदूक, कोई रिवॉल्वर जां कोई पिस्टल नहीं। ते इन्हां ने निहत्थे ਸਿੰਘਾਂ दे उत्ते गोलियां चला के इन्हां नूं शहीद कीता है। ਜਿਹੜੇ ਸਿੰਘ केवल गलबात करन वास्ते गए सन। ते खालसा जी जिस दिन साडे हत्थां दे विच शस्त्र आ गए, जिस दिन साडे हत्थां दे विच हथियार आ गए तो सरकार ने चिकना है। फिर तो उन्होंने अपनियां स्पीचां दे विच ये कहना शुरू कर दिता कि सिखो जे अपने घर की गल करनी है, जे तुसी अपने इष्ट की गल करनी है तो फिर तुहानूं शस्त्रधारी होना पवेगा। उन्होंने कलगीधर पातशाह जी के इन्हां बचनां नूं दोहराया कि शस्त्रन के अधीन है राज, बिना शस्त्र के संग नरंग भेड़ जानो, गह कान ताको कितै लय सिधानो, यही मोर आज्ञा सुनो हे प्यारे, बिना शस्त्र के संग ना दिवो दीदारे। खालसा जी शस्त्रधारी होना पवेगा। ये संतां ने स्पीच विच इत्थों तक बचन कहे सन कि वेखो जिहड़े सिख पक्कियां घरां दे विच रहिंदे ने उन्हां नूं पक्कियां घरां तो कच्चियां घरां दे विच आउणा पै जाए, ते जिहड़े कच्चियां घरां विच रहिंदे ने उन्हां नूं कच्चियां घरां नूं छड्ड के एक झुग्गी दे विच कुल्ली दे विच रह के गुजारा करना पवे, ते जिहड़े कुल्लियां विच रहिंदे ने उन्हां नूं बिल्कुल रड़े मैदान सड़क ते ही बैठ के अपना गुजरान करना पवे। सिखो तुसीं शस्त्रधारी लाजमी होवो, वधिया तो वधिया हथियार अपने कोल रखो ते उन्हां विच नवें रौंद पैंदे होण। ये स्पीच अक्सर उन्होंने अपने दीवाना दे विच देनी करनी। बस फिर की सी सिख कौम के अंदर एक ऐसा हलूना आ गया, बहुत वड्डी तादाद दे विच मरजीवड़े जिहड़े सन वो इस जथेबंदी दे विच शामिल हो गए। संत ज्ञानी जरनैल सिंह खालसा जी के कीते हुए प्रचार प्रसार ते उन्हां दियां तकरीरां दे उत्ते वड्डी पद्धर दे उत्ते अमृत पान करके गुरु वाले बनन लग पे। ते वेखो कहनी ते करनी दे उस सूरे ने जो आख्या वो उन्होंने करके विखाया। जून का महीना आया 1984 दे विच ते 1 जून नूं श्री दरबार साहिब के उपर हमला उन्हां जालमां ने शुरू कर दिता सी। तकरीबन पंजाब दे ही नहीं आसे पासे होरना इलाकियां दे घट्टो घट 37 गुरुद्वारे जिन्हां दे उत्ते एकदम समय की हुकूमत ने इन्हां जालमां ने उन्हां दे उपर कहर ढा के ते हमला कर दिता सी। कई गुरमुख प्यारे कहते ने कि दरबार साहिब के उत्ते श्री अकाल तख्त साहिब के उत्ते हमला तो होना ही सी, क्योंकि संत ज्ञानी जरनैल सिंह जी ने अपने कोल हथियार रखे सन। उन्होंने अकाल तख्त साहिब ते हथियार रखे सन, इस करके समय की गौरमेंट ने हमला किया। बहुत सारे गौरमेंट के नाल मिल के उन्हां दे बचना ते पहरा दे के उन्हां दी आखी हुई गल ते संतां नूं भी गलत ठहराउंदे ने। गुरमुख प्यारिओ, जे अकाल तख्त साहिब के उपर संतां ने हथियार रखे सन, बाकी दे जिहड़े 37 दे गुरधाम सन उन्हां दे उत्ते किहड़े ऐसे हथियार रखे सन जिस करके समय की गौरमेंट नूं उन्हां थावां ते भी हमले करने पे।
ये तो सोची समझी साजिश सी कि जिहड़ी दमदमी टकसाल सरकार दे अगे सिर चुकदी है, इस जथेबंदी नूं नेस तो नाबूद किया जाएगा। केवल इस जथेबंदी नूं नहीं, वो तो समय की हकूमत चाहुंदी सी कि जिहड़ा पंजाब हिंदुस्तान के नक्शे के उपर है, भारत के नक्शे के उत्ते है, ये किधरे सानू विखाई नहीं देना चाहिए। अज भी जे उन्हां दी निगाह ते साडियां दाड़ियां दे उत्ते है, अज भी जे उन्हां दी निगाह साडे अमृतधारी होण दे उपर है, साडी सिੱਖੀ दे उपर है, यकीन जानो अज भी जे कोई तर्कवादी उठ के समय समय ते गुरु की बाणी के उत्ते तर्कां करदे ने ना, मसला केवल मसला गुरबाणी का नहीं जे, मसला साडे इतिहास का नहीं जे, मसला है साडियां दाड़ियां दा, मसला है साडे हक्कां दा। जिहड़े उस वक्त आनंदपुर साहिब के मते दे विच 18 मते पाए गए सन ना, उन्हां हक्कां नूं उन्हां मतिआं नूं समय की गौरमेंट कदे भी मनना प्रवान नहीं सी करदी पई। ते उन्हां नूं पता सी जिन्नी देर तक सिख इस संसार दे विच जिउंदे ने ते ये अपने हक्कां की गल करते रहणगे। साडियां बहादरियां दे चर्चे यकीन जानो दूसरियां कौमां भी करदियां रहियां ने। जदों अहमद शाह अब्दाली हिंदुस्तान की धरती ते लुट करके ते इत्थों दियां बहु बेटियां नूं बंदी बना के लाहौर की धरती वाल नूं लिजा रहा सी ना, ते रस्ते दे विच सिंघां नूं पता लगा, एकदम इहदे उपर हल्ला करके जिथे बहु बेटियां नूं आज़ाद करवाया ते उन्हां दे घरां तक उन्हां नूं पहुंचदियां कीता, उत्थे जिन्ना ये लुट दा माल लैके जा रहा सी वो सारा कुछ भी लुट लिया। अहमद शाह अब्दाली लाहौर की धरती ते पहुँचदा है ते लाहौर की धरती ते पहुँच के वो अपने जरनैलों की मीटिंग सददा है। कदे पढ़िओ प्राचीन पंथ प्रकाश के अंदर भाई रतन सिंह जी भंगू नूं, जिहड़े भाई महताब सिंह जी के पोतरे सन, उन्होंने प्राचीन पंथ प्रकाश लिखिया है। ते एक नवीन पंथ प्रकाश है जिहड़ा ज्ञानी ज्ञान सिंह होरां ने लिखिया है, उन्होंने नवीन पंथ प्रकाश आख्या जाता है। तो अक्सर गुरधामां के उपर इतिहास की इस कथा नूं भी दोहराया जाता है। अहमद शाह अब्दाली लाहौर की धरती ते पहुँच के एक हंगामी मीटिंग सददा है, अपने जरनैलों नूं सद के कहंदा है, जिन्हां ने सानू लुटिया है, साडे कोलों इन्हां लड़कियां नूं आज़ाद करवाया, ये कौन सन? मैं कहना साडे नालों ते वो जिहड़े मुगल बादशाहां दे रखे हुए जरनैल सन वो ही बड़े सूझवान सन। साडे ते मन विच कोई निक्का जिहा शंका पैदा कर दे, असीं उस शंकिया नूं लैके बैठ जाने आ। अहमद शाह अब्दाली पुछदा है, ये कौन सन जिन्हां ने सानू लुटिया है? उहदे जरनैलां ने इकट्ठियां होकर दस्सिया भी ये सिख हुंदे ने। आखण लगा मैनूं इन्हां दा पूरा इतिहास चाहिदा है, मैनूं इन्हां बारे पूरी जानकारी चाहिदी है। इहदे जरनैलां ने दस्सिया कि गुरु नानक साहब सच्चे पातशाह जी तो इन्हां दी शुरुआत हुंदी है ते अगे चल के इन्हां दे पैरोकारां दे विच इन्हां दे गुरु साहिबानां दे विच पंजवें पातशाह होए, जिहड़े लाहौर की धरती ते तती तवी दे उत्ते बैठ के जिन्हां ने शहादत दा जाम पीता है। उन्हां जरनैलां ने मीटिंग विच दसदियां ये गल दसी कि गुरु अर्जन देव सच्चे पातशाह जी की शहीदी तो बाद उन्हां दे सपुत्र जिस वेले गद्दी दे उपर बैठे, उन्होंने 2 तलवारां धारण कीतियां, उन्होंने तख्त की रचना की ते एक बहुत वड्डी फौज तैयार करके समय की हकूमत के नाल टाकरा लैके उन्होंने 4 जंगां लड़ियां ते चारे जंगां विचों उन्होंने जित प्राप्त हुई। अगे समा लंघदा गया, जरनैल बोलते गए उस मीटिंग दे विच कि इन्हां सिखां दे नावें गुरु जिन्हां ने दिल्ली के चांदनी चौक दे विच अपने सीस का बलिदान दिता है, तो उस तो बाद उन्हां दे सपुत्र गुरता गद्दी के उत्ते विराजमान हुए, जिन्हां ने 1699 की विसाखी वाले दिन एक बहुत वड्डे इकट्ठ दे विच पंजां दे सीस लैके अमृत की दात दे के उन्होंने रहनी बहनी तो जानू करवाउंदियां होइयां ये बचन अपने मुखारबिंद तो कहे, खालसा मेरो रूप है खास, खालसे में हों करो निवास, खालसा मेरो पिंड प्राण, खालसा मेरी जान की जान, खालसा मेरा सज्जन सूरा, खालसा मेरा सतगुर पूरा। ते ये बचन भी कहे सन कि 1.25 लाख से एक लड़ाऊं, जिन्हां ने उस खंडे बाटे की पाहुल लई, जिन्हां ने उस अमृत की दात लई, वो एक एक जना 1.25 लाख के नाल लड़न के काबिल हो गया। उन्होंने अपने जीवन काल दौरान 14 जंगां लड़ियां ते हर जंग दे विचों उन्हां नूं फतेह हासिल हुई। उन्होंने
पंजाब की धरती वाल नूं बाबा बंदा सिंह बहादुर नूं तोरिया है। वेखो ये सारा इतिहास कहिंदियां कहिंदियां जदों जरनैला ने दस्सिया कि इन्हां दा एक अस्थान है जिसनूं एक केंद्री अस्थान मनदे ने, जिवें साडे वास्ते मक्के की धरती ते काबा बनिया होया है ते मुसलमान वास्ते काबे तो परां उजाड़ ही उजाड़ है। इसे तरह इन्हां दा अमृतसर की धरती ते अस्थान है जिसनूं ये हरमंदर साहिब कहिंदे ने ते उस पूरे सरोवर नूं ये अमृत दा सरोवर कहिंदे ने। उहदे विच इशनान करदे ने। जदों ये गल अहमद शाह अब्दाली नूं पता लगी, उन्हें अपने मन दे विच इस गल नूं विचारिया कि जिन्हां ने अमृत दे घुट पीते वो सवा लख दे नाल लड़न दे काबिल हो गए। ते वेखो जिहड़े उस अमृत दे कुंड दे विच इशनान करदे ने ते उन्हां दे अंदर किन्नी कोई शक्ति पैदा हुंदी होवेगी, वो किन्नियां को नूं मारन दे विच काबिल हो जांदे होणगे। उन्हें ये नहीं आख्या भी जिन्हां ने साडे उत्ते हमला कीता है उन्हां दी खोज करके उन्हां नूं लभो ते उन्हां नूं पकड़ के मार दिओ। अहमद शाह अब्दाली ने हुक्म कर दिता कि जिथों ये शक्ति इन्हां नूं प्राप्त हुंदी है जाके उस हरमंदर साहिब नूं उस अमृत दे सरोवर नूं तुसीं पूर देवो, ये अपने आप ही खत्म हो जाणगे। ते अज सिख उस अमृत सरोवर दे उपर भी कोई तर्क करे कि ये केवल ते केवल पानी है, पानी तो इलावा होर कुछ नहीं, पानी केवल तन की मैल लाउण वास्ते हुंदा है। उस अमृत सरोवर के उपर सिख शंके प्रगट करे। अहमद शाह अब्दाली पंजाब की धरती वाल नूं दोबारा वधिया है ना जदों सिंघां दे खात्मे वास्ते। इहदे नाल समय दा एक राइटर से जिसका नाम काजी नूर मुहम्मद करके लिखिया होया है, वह भी नाल आया। वो लिखारी सी, जो कुछ उन्हें अपनियां अखां नाल वेख्या ते वो लिखदा गया। यकीन जानो उन्हें अपनी पुस्तक दे विच जदों सिखां दे संबंध विच कुछ लिखिया है ते सिखां नूं उन्हें बड़ियां गालां तक भी कढ़ियां ने। इथों तक उन्हें अपनी जबान तो सग शब्द वरतिया है, इनू फारसी विच पढ़ो ते इहदा अर्थ हुंदा है कुत्ता। उन्हें सिखां नूं कुत्ते लफ्ज तक वरतिया है। जिहड़ा काजी नूर मुहम्मद इथों तक सिखां नूं गालां कढ़दा है, पर जदों वो सिखां दी बहादरी दे चर्चे करन लगा ते अपनी जबान तो आखण लगा मैनू ये नहीं पता भी बंदूक किसने बनाई है, पर जे इनू चलाउण दा किसी ने हुनर सीखना होवे, बंदूक नूं चलाउण दा किसी ने बल सीखना होवे ना ते जाके सिखां दे कोलों सीखो। कहंदा सामने निशाना होवे ते अपने हाथ दे विच बंदूक लैके उस निशाने नूं सेध के निशाना लाउणा होवे, भावें ये अपने आप विच बड़ी वड्डी गल है, औखी गल है, पर कहंदा मैं सिखां विच इस तों भी वधेरे निशान की वेखे ने। ये तेज तरार घोड़ियां दे उत्ते असवार हो के तेज दौड़दे घोड़े दे उत्ते अपने हत्थां दे विच बंदूक लैके मोढे ते रख के पिछे वल नूं करके ना पिछों आउंदे दुश्मन की आवाज़ सुन के ऐसा भरपूर वार करते हैं कि वह दुश्मन की आखिरी आवाज़ बन के रह जाती है। वेखो उन्हें बहादरी के चर्चे करदियां सिखां दे करैक्टर बारे इन्हां दे जीवन बारे लिखदियां ये बचन कहे, कहंदा जदों मैं इन्हां दे जीवन चरित्र वल वेखदा ये कदे भी किसी धी भैन वल किते माड़ी निगाह नाल नहीं तकदे। इथों तक किरदार दे उच्चे सुच्चे ने, ये आप भावें किन्ने किन्ने दिनां दे भुखण भाणे होण, जे कोई शरणार्थी इन्हां दी शरण विच आ जाए तो उन्होंने अपने दर तो कदे भुखिया नहीं जे जान देंदे। दूसरियां कौमां नूं समझ पै गई कि सिख की ने, इन्हां दे धर्म अस्थान दे उत्ते इन्हां नूं कित्थों कित्थों शक्ति प्राप्त हुंदी है उन्हां नूं ते पता लग गया है। ते जेड़े अज सिखी दे लिबास दे विच प्रचार करदियां प्रचार दे राहीं गुरु घर नूं बहुत वड्डी ढाल आ रहे ने ते इन्हां दे मनसूबे कदे कामयाब नहीं हो सकदे। ये कलगीधर पातशाह जी दा पैदा कीता होया खालसा है, इस खालसे नूं कदे कोई ढा नहीं जे ला सकदा। क्यों? आत्म रस जिह जान ही सो है खालस देव, प्रभ मह मोह मह तास मह रंचक नाहिन भेव रति, मात्र भी इन्हां दे विच कोई भिन्न भेद नहीं। सो संत ज्ञानी जरनैल सिंह खालसा जी ने अपने नाल मरजीवड़े सिंघां नूं लैके सिखां नूं लैके जून 1984 के घल्लू घारे दे विच जालमां दे दंद खट्टे कीते अते शहादतां दे जाम पीते। तुसीं इस दिहाड़े नूं मना रहे हो ते मैं कहना बड़े वड्डियां भागां वाले हो, जिथे खालसे दे जन्म दिहाड़े नूं मुख रखदियां होयां, जिथे 1984 के इस घल्लू घारे नूं मुख रखदियां होयां आप इस समागम विच शमूलीयत कर रहे हो। उत्थे धन गुरु हरगोबिंद साहिब सच्चे पातशाह जी जिन्हां दे नाम ते ये तुसीं अस्थान बनाया है,
ਤੇ ਉਹਨਾਂ ਦੇ ਗੁਰਗੱਦੀ ਦਿਵਸ ਨੂੰ ਵੀ ਮੁੱਖ ਰੱਖ ਕੇ ਇਹਨਾਂ ਦੀਵਾਨਾਂ ਵਿੱਚ ਸ਼ਮੂਲੀਅਤਾਂ ਕੀਤੀਆਂ ਨੇ। ਤੁਹਾਡੇ ਉੱਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅਪਾਰ ਕਿਰਪਾ ਕਰਨ, ਤੁਸੀਂ ਵੀ ਅੰਮ੍ਰਿਤ ਧਾਰੀ ਹੋ ਕੇ ਗੁਰੂ ਨੂੰ ਆਪਣਾ ਆਪ ਸਮਰਪਿਤ ਕਰਕੇ ਗੁਰੂ ਤੋਂ ਆਪਣਾ ਆਪ ਕੁਰਬਾਨ ਦੀ ਬਿਰਤੀ ਆਪਣੇ ਮਨਾਂ ਵਿੱਚ ਧਾਰਨ ਕਰਕੇ ਗੁਰੂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰ ਸਕੋ। ਗੁਰੂ ਅੱਗੇ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਕਿਰਪਾ ਕਰ ਸਾਡੇ ਘਰਾਂ ਦੇ ਅੰਦਰ ਸਿੱਖੀ ਵਧੇ ਅਤੇ ਫੁੱਲੇ, ਅਸੀਂ ਨਿਤਨੇਮੀ ਹੋ ਸਕੀਏ। ਸਾਨੂੰ ਪਤਾ ਲੱਗਿਆ ਪ੍ਰਬੰਧਕ ਵੀਰਾਂ ਤੋਂ ਤੇ ਇੱਥੋਂ ਦੇ ਗੁਰਮੁਖ ਪਿਆਰਿਆਂ ਤੋਂ ਕਿਵੇਂ ਭਾਈ ਜੰਗਬੀਰ ਸਿੰਘ ਜੀ ਇੱਥੇ ਰਹਿ ਕੇ ਦਮਦਮੀ ਟਕਸਾਲ ਦੇ ਮਹਾਨ ਪ੍ਰਚਾਰਕ ਨੇ। ਉਹਨਾਂ ਨੇ ਗੁਰਬਾਣੀ ਦੀ ਜਿੱਥੇ ਇੱਥੇ ਬੱਚਿਆਂ ਨੂੰ ਸੰਥਿਆ ਕਰਵਾਈ ਹੈ, ਨਾਲ ਰਹਿਣੀ ਬਹਿਣੀ ਤੋਂ ਵੀ ਉਹਨਾਂ ਨੇ ਜਾਣੂ ਕਰਵਾਇਆ ਹੈ। ਬਹੁਤ ਸਾਰੇ ਬੱਚੇ ਗੁਰਬਾਣੀ ਦੀ ਸੰਥਿਆ ਕਰਦੇ ਨੇ। ਭਾਵੇਂ ਅੱਜ ਕੱਲ੍ਹ ਗਿਆਨੀ ਜੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸੇਵਾ ਨਿਭਾ ਰਹੇ ਨੇ, ਤੇ ਉਸ ਸਮੇਂ ਤੋਂ ਪ੍ਰਬੰਧਕ ਵੀਰ ਵੀ ਦੱਸ ਰਹੇ ਸਨ ਤੇ ਕੁਝ ਗੁਰਮੁਖ ਪਿਆਰਿਆਂ ਨੇ ਦੱਸਿਆ ਹੈ ਕਿ ਉਹਨਾਂ ਦੇ ਜਾਣ ਦਾ ਸਾਨੂੰ ਬੜਾ ਵੱਡਾ ਘਾਟਾ ਹੈ। ਤੇ ਕਹਿੰਦੇ ਸਨ ਜਦੋਂ ਉਹ ਕੋਲ ਸਨ ਸ਼ਾਇਦ ਉਹਨਾਂ ਦੀ ਕਦਰ ਨਹੀਂ ਸੀ, ਹੁਣ ਉਹ ਸਾਡੇ ਤੋਂ ਦੂਰ ਗਏ ਨੇ। ਸਾਡੇ ਬੱਚੇ ਉਹਨਾਂ ਦੇ ਕੋਲੋਂ ਗੁਰਬਾਣੀ ਦੀ ਸੰਥਿਆ ਕਰਕੇ ਗੁਰੂ ਦੇ ਲੜ ਲੱਗ ਰਹੇ ਸਨ ਤੇ ਬੜਾ ਚੰਗਾ ਸੀ। ਹੁਣ ਸਾਨੂੰ ਉਹਨਾਂ ਦੀ ਘਾਟ ਆਪਣੇ ਮਨਾਂ ਦੇ ਵਿੱਚ ਮਹਿਸੂਸ ਹੋ ਰਹੀ ਹੈ। ਤੇ ਵੇਖੋ, ਆਪਣੇ ਬੱਚਿਆਂ ਨੂੰ ਜਿੰਨਾ ਵੀ ਵੱਧ ਤੋਂ ਵੱਧ ਗਿਆਨ ਦੇ ਸਕਦੇ ਹੋ, ਗਿਆਨ ਦੇਣ ਦੀ ਕੋਸ਼ਿਸ਼ ਕਰੋ। ਗੁਰਬਾਣੀ ਦੀ ਸੰਥਿਆ ਕਰਨ, ਤੁਹਾਡੇ ਬੱਚੇ ਵੱਧ ਤੋਂ ਵੱਧ ਗ੍ਰੰਥਾਂ ਦਾ ਅਧਿਐਨ ਕਰਕੇ ਇਹ ਗਿਆਨ ਪ੍ਰਾਪਤ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲੱਗਣ। ਇਹ ਗੁਰੂ ਸਾਹਿਬ ਜੀ ਦੇ ਕੋਲੋਂ ਅਸੀਸ ਮੰਗਿਆ ਕਰੋ। ਤੁਹਾਡੇ ਸਾਰੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ, ਕਿਉਂਕਿ ਅੱਜ ਆਖਰੀ ਦੀਵਾਨ ਸੀ ਦਾਸ ਦਾ। ਇੱਕ ਹਫ਼ਤੇ ਦੇ ਵਿੱਚ ਆਪ ਜੀ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਂਦਿਆਂ ਤੋਂ, ਇਤਿਹਾਸ ਦੀ ਸਾਂਝ ਪਾਉਂਦਿਆਂ ਤੋਂ ਅਨੇਕਾਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਦਾਸ ਦੇ ਨਾਲ ਸਤਿਕਾਰਯੋਗ ਭਾਈ ਹਰਮਨ ਸਿੰਘ ਜੀ ਵੀ ਇੱਥੇ ਆਏ ਸਨ, ਜਿਹੜੇ ਯੂਕੇ ਤੋਂ ਇੱਕ ਸੰਸਥਾ ਜਿਨ੍ਹਾਂ ਨੇ ਆਰੰਭ ਕੀਤੀ ਹੈ ਬੇਸਿਕ ਆਫ ਸਿੱਖੀ, ਇਹਦੇ ਵਿੱਚ ਉਹ ਪ੍ਰਚਾਰਕ ਨੇ। ਭਾਈ ਹਰਮਨ ਸਿੰਘ ਜੀ, ਭਾਈ ਬਲਜੀਤ ਸਿੰਘ ਜੀ, ਭਾਈ ਜੁਗਰਾਜ ਸਿੰਘ ਜੀ, ਦੋ ਕੁ ਗੁਰਮੁਖ ਪਿਆਰੇ ਹੋਰ ਯੂਕੇ ਤੋਂ ਨੇ, ਜਿਨ੍ਹਾਂ ਨੇ ਇਹ ਸੰਸਥਾ ਆਰੰਭ ਕਰਕੇ ਥਾਵਾਂ ਥਾਵਾਂ 'ਤੇ ਪਹੁੰਚ ਕੇ ਜਿਹੜੇ ਇੱਥੋਂ ਦਾ ਯੂਥ ਹੈ ਉਹਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾ ਕੇ ਉਹਨਾਂ ਨੂੰ ਬੇਸਿਕ ਆਫ ਸਿੱਖੀ ਦੇ ਬਾਰੇ ਜਾਣਕਾਰੀ ਦੇ ਰਹੇ ਨੇ। ਸੋ ਉਹ ਗੁਰਮੁਖ ਪਿਆਰੇ ਵੀ ਨਾਲ ਆਏ ਸਨ ਇੱਕ ਹਫ਼ਤੇ ਤੋਂ। ਉਹ ਵੀ ਨਾਲ ਜਿੱਥੇ ਇਤਿਹਾਸ ਦਾ ਪਾਠ ਨਾਲ ਕਰਵਾਉਂਦੇ ਸਨ ਉਸ ਗ੍ਰੰਥ ਦਾ, ਉੱਥੇ ਉਹਨਾਂ ਨੇ ਵੀ ਆਪ ਜੀ ਦੇ ਨਾਲ ਕੱਲ੍ਹ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਸਾਰੀ ਸੰਗਤ ਦਾ ਇੱਕ ਵਾਰ ਫਿਰ ਤਹਿ ਦਿਲ ਤੋਂ ਧੰਨਵਾਦ ਕਰਦਾ ਹੋਇਆ, ਇੱਥੋਂ ਦੇ ਵਜ਼ੀਰ ਭਾਈ ਸਾਹਿਬ ਹੋਣੀ, ਜਿੰਨੇ ਵੀ ਇੱਥੇ ਗੁਰਮੁਖ ਪਿਆਰੇ ਕੀਰਤਨ ਦੀ ਸੇਵਾ ਨਿਭਾ ਰਹੇ ਹਨ, ਸਭ ਦਾ ਹੀ ਤਹਿ ਦਿਲ ਤੋਂ ਧੰਨਵਾਦ ਕਰਦਾ ਹੋਇਆ ਦਾਸ ਖੀਮਾ ਦਾ ਜਾਚਕ ਹੈ ਜੀ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।